ਕਾਂਗਰਸ ਆਪ ਗੱਠਜੋੜ ਤੇ ਹੁਣ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਤਾਂ ਆਪ ਦੇ ਵੱਲੋਂ ਹੁਣ 20 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਤਾਂ ਦੱਸਦੇ ਕਿ ਅਨੁਰਾਗ ਢਾਂਡਾ ਕਲਿਆਤ ਤੋਂ ਲੜਨਗੇ ਚੋਣ। ਅਨੁਰਾਗ ਢਾਂਡਾ ਕਲਿਆਤ ਤੋਂ ਚੋਣ ਲੜਨਗੇ ਤਾਂ ਹੁਣ ਕਾਂਗਰਸ ਆਪ ਗੱਠਜੋੜ ਤੇ ਇੱਥੇ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਤਾਂ ਜਿਸ ਤੋਂ ਬਾਅਦ ਆਪ ਦੇ ਵੱਲੋਂ ਇਹ 20 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਤਾਂ ਦੱਸਦੇ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਵੇਖਣ ਨੂੰ ਮਿਲ ਰਿਹਾ ਸੀ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪ ਕਾਂਗਰਸ ਦੇ ਵਿਚਕਾਰ ਗਠਬੰਧਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰ ਉੱਥੇ ਇੱਕ ਪਾਸੇ ਹਰਿਆਣਾ ਜੋ 10 ਸੀਟਾਂ ਤੇ ਜਿੱਥੇ ਆਪ ਦੇ ਵੱਲੋਂ 10 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਕਾਂਗਰਸ ਦੇ ਵੱਲੋਂ 4 ਸੀਟਾਂ ਦਾ ਆਫਰ ਦਿੱਤਾ ਗਿਆ ਸੀ। ਤਾਂ ਦੱਸਦੇ ਕਿ ਜਿਸ ਵਿਚਕਾਰ ਹੁਣ ਆਪ ਦੇ ਵੱਲੋਂ 20 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਤਾਂ ਅਨੁਰਾਗ ਢਾਂਡਾ ਕਲਿਆਤ ਤੋਂ ਹੁਣ ਚੋਣ ਲੜਨਗੇ ਤਾਂ 20 ਉਮੀਦਵਾਰ ਹਰਿਆਣਾ ਦੇ ਵਿੱਚ ਉਤਾਰ ਦਿੱਤੇ ਗਏ ਨੇ। ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਹਰਿਆਣਾ ਦੇ ਵਿੱਚ ਕਾਂਗਰਸ ਆਪ ਗੱਠਜੋੜ ਤੇ ਹੁਣ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਹ ਵੀ ਕਹਿ ਦਿੱਤਾ ਗਿਆ ਸੀ ਆਪ ਦੇ ਵੱਲੋਂ ਤਾਂ ਜੇਕਰ ਕੋਈ ਜਾਣਕਾਰੀ ਨਾ ਦਿੱਤੀ ਗਈ ਕਾਂਗਰਸ ਦੇ ਵੱਲੋਂ ਅਪਡੇਟ ਨਾ ਦਿੱਤਾ ਗਿਆ ਤਾਂ ਗੱਠਜੋੜ ਨੂੰ ਲੈ ਕੇ ਤਾਂ 90 ਸੀਟਾਂ ਤੇ ਉਮੀਦਵਾਰ ਮਜ਼ਬੂਤ ਉਮੀਦਵਾਰ ਐਲਾਨ ਦਿੱਤੇ ਜਾਣਗੇ। ਤਾਂ ਜਿਸ ਤੋਂ ਬਾਅਦ ਹੁਣ 20 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਤਾਂ ਅਨੁਰਾਗ ਢਾਂਡਾ ਕਲਿਆਤ ਤੋਂ ਹੁਣ ਚੋਣ ਲੜਨਗੇ ਤਾਂ ਹਰਿਆਣਾ ਦੇ ਵਿੱਚ ਹੁਣ ਇਹ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਤਾਂ ਜਿੱਥੇ ਕਾਂਗਰਸ ਆਪ ਗੱਠਜੋੜ ਤੇ ਹੁਣ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ ਇਸ ਸਾਹਮਣੇ ਆਈ ਹੈ ਤਾਂ ਹਰਿਆਣਾ ਦੇ ਵਿੱਚ ਦੱਸਦੇ ਕਿ ਆਪ ਦੇ ਵੱਲੋਂ 20 ਉਮੀਦਵਾਰਾਂ ਦੀ ਲਿਸਟ ਤਿਆਰ ਕਰ ਦਿੱਤੀ ਗਈ ਹੈ। ਤਾਂ ਇੱਥੇ ਕਲਿਆਤ ਤੋਂ ਅਨੁਰਾਗ ਢਾਂਡਾ ਨੂੰ ਟਿਕਟ ਮਿਲੀ ਹੈ ਤਾਂ ਜਿਸ ਦੇ ਵਿੱਚ ਹੁਣ 20 ਉਮੀਦਵਾਰ ਘੋਸ਼ਿਤ ਕਰ ਦਿੱਤੇ ਗਏ ਨੇ ਤਾਂ 90 ਵਿਧਾਨ ਸਭਾ ਸੀਟਾਂ ਦੇ ਚੋਂ 20 ਦੀ ਜੋ ਕਿ ਹੈ ਉਮੀਦਵਾਰੀ ਐਲਾਨ ਦਿੱਤੀ ਗਈ ਹੈ। ਤਾਂ ਹਰਿਆਣਾ ਦੇ ਵਿੱਚ ਦੱਸਦੇ ਕਿ 5 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ, ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਤਾਂ ਜਿਸ ਤੋਂ ਪਹਿਲਾਂ ਲਗਾਤਾਰ ਇਹ ਤਿਆਰੀਆਂ ਚੱਲ ਰਹੀਆਂ ਸਨ ਤੇ ਕਾਂਗਰਸ ਤੇ ਆਪ ਦੇ ਵਿਚਕਾਰ ਗਠਬੰਧਨ ਗੱਠਜੋੜ ਹੋਣ ਜਾ ਰਿਹਾ ਹੈ। ਪਰ ਹੁਣ ਆਪ ਦੇ ਵੱਲੋਂ ਇਹ 20 ਨਾਮਾਂ ਦੀ ਸੂਚੀ ਤਿਆਰ ਕਰ ਦਿੱਤੀ ਗਈ ਹੈ, ਐਲਾਨ ਦਿੱਤੀ ਗਈ ਹੈ। ਤਾਂ ਹਰਿਆਣਾ ਦੇ ਵਿੱਚ ਕਾਂਗਰਸ ਆਪ ਗੱਠਜੋੜ ਤੇ ਹੁਣ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਤਾਂ ਫਿਲਹਾਲ ਦੱਸ ਦਈਏ ਕਿ ਹੁਣ ਇੱਥੇ ਤਾਂ 20 ਉਮੀਦਵਾਰ ਐਲਾਨ ਦਿੱਤੇ ਗਏ ਨੇ। ਅਨੁਰਾਗ ਢਾਂਡਾ ਕਲਿਆਤ ਤੋਂ ਚੋਣ ਲੜਨ ਜਾ ਰਹੇ ਨੇ। ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਗੱਲ ਵੱਧ ਚੁੱਕਿਆ ਹੈ ਤਾਂ 5 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ। ਤਾਂ ਜਿਸ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਤਾਂ ਆਪ ਦੇ ਵੱਲੋਂ ਇਹ ਸੰਕੇਤ ਦਿੱਤੇ ਗਏ ਸਨ ਕਿ ਗੱਠਜੋੜ ਹੋਣ ਜਾ ਰਿਹਾ ਹੈ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਤਾਂ ਇਹ ਤਸਵੀਰ ਜਿੱਥੇ ਆਪ ਦੇ ਵੱਲੋਂ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਗ੍ਰਾਫਿਕਸ ਰਾਹੀਂ ਦੱਸ ਰਹੇ ਹਾਂ ਤਾਂ ਕਿੱਥੋਂ ਕਿਹੜਾ ਉਮੀਦਵਾਰ ਐਲਾਨਿਆ ਗਿਆ ਹੈ। ਤਾਂ ਕਲਿਆਤ ਤੋਂ ਅਨੁਰਾਗ ਢਾਂਡਾ ਤਾਂ ਗੋਪਾਲ ਸਿੰਘ ਨਾਰਾਇਣਗੜ੍ਹ ਤੋਂ ਉਮੀਦਵਾਰ ਐਲਾਨੇ ਗਏ ਨੇ। ਤਾਂ ਬਿੱਟੂ ਪਹਿਲਵਾਨ ਸਮਾਲਖਾ ਤੋਂ ਪਹਿਲਵਾਨ ਐਲਾਨੇ ਗਏ ਨੇ। ਤਾਂ ਉੱਥੇ ਪਵਨ ਫੌਜੀ ਉਚਾਨਾ ਕਲਾਂ ਤੋਂ ਉਮੀਦਵਾਰ ਐਲਾਨੇ ਗਏ ਨੇ। ਤਾਂ ਟਿਕਟ ਮਿਲੀ ਹੈ ਤਾਂ ਬਿਜਵਿੰਦਰ ਹੁੱਡਾ ਨੂੰ ਰੋਹਤਕ ਤੋਂ ਟਿਕਟ ਮਿਲੀ ਹੈ। ਤਾਂ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਤਾਂ ਵਧੇਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਵੈਸ਼ਾਲੀ ਸਾਡੇ ਨਾਲ ਜੁੜ ਚੁੱਕੇ ਨੇ। ਜੀ ਵੈਸ਼ਾਲੀ, ਜਿਸ ਕਦਰ ਲਗਾਤਾਰ ਤਿਆਰੀਆਂ ਚੱਲ ਰਹੀਆਂ ਸਨ ਗਠਬੰਧਨ ਨੂੰ ਲੈ ਕੇ ਗੱਠਜੋੜ ਨੂੰ ਲੈ ਕੇ ਤੇ ਇਸ ਵਿਚਕਾਰ ਆਪ ਦੇ ਵੱਲੋਂ 20 ਉਮੀਦਵਾਰਾਂ ਦੀ ਸੂਚੀ ਤਿਆਰ ਕਰ ਦਿੱਤੀ गई है, की कुछ जानकारी है? जी हाँ, मैं बताना चाहूंगी कि एकदम से ये सूची आ जाती है आम आदमी पार्टी की, जबकि इससे कुछ देर पहले तक भी दोनों के गठबंधन का लगभग फाइनल हो जाना यही सामने आ रहा था। ऐसे में अचानक से आम आदमी पार्टी की तरफ से 20 उम्मीदवार, वो भी उन सीटों पर जहां पर कांग्रेस ने भी उतारे हुए हैं, लगभग सभी इन सीटों पर। तो ऐसे में ये सवाल बड़ा लाजमी हो जाता है कि इसका मतलब क्या होता है। लेकिन हालांकि मैं आपको ये भी बता दूं साथ में कि दोनों ही पार्टियों की तरफ से, कांग्रेस और आम आदमी पार्टी की तरफ से इस सूची को लेकर कुछ भी बयान या स्पष्टीकरण नहीं दिया गया है। यानी गठबंधन की बात जो है वो ऑफिशियली अभी भी ऑन होल्ड ही है और वो चल ही रही है एज पर जो स्पोक्स पर्सन है या जो आधिकारिक बयान आ रहे हैं उसके दौरान। तो ऐसे में इस सूची का निकलना कहीं न कहीं अनऑफिशियली अगर हम कहें तो वो जो एक डाउट है इन दोनों के गठबंधन पर, अलायंस पर, वो बरकरार रखता है जो कि पहले से ही चल रहा था। मैं आपको एक चीज बता दूं कि आम आदमी पार्टी जो है वो जितनी सीटें चाहती है वो चाहती है 7 से 10 सीट, जबकि कांग्रेस जो है वो 5 सीटों तक ही आम आदमी पार्टी को सीमित रखना चाहती है। ऐसे में यही एक पॉइंट है जहां पर बात अभी तक होल्ड पर रखी हुई है। तो ऐसे में इन 20 उम्मीदवारों को इस मैदान में उतारना और उन जगहों पर जहां पर कांग्रेस ने भी उतारे हुए हैं, तो ये बड़ा एक सवाल आ जाता है कि क्या इन दोनों पार्टियों का गठबंधन होगा। फिलहाल मैं आपको बता दूं, हमारे दर्शकों को भी बता दूं, इस पर ऑफिशियल कोई भी नोटिफिकेशन
या कोई स्पष्टीकरण दोनों ही पार्टियों की तरफ से फिलहाल नहीं आई है जी। ਬਿਲਕੁਲ ਵੈਸ਼ਾਲੀ, ਹਲੇ ਕੱਲ ਤੱਕ ਇਹ ਵੇਖਿਆ ਜਾ ਰਿਹਾ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਇਹਨਾਂ ਦੇ ਵਿਚਕਾਰ ਜੋ ਗਠਬੰਧਨ ਹੈ, ਜੋ ਗੱਠਜੋੜ ਹੈ, ਉਹ ਜੀ। ਤੈਅ ਹੋਣ ਜਾ ਰਿਹਾ। ਜੋ ਫਾਰਮੂਲਾ 4-5 ਦਾ ਵੇਖਣ ਨੂੰ ਮਿਲ ਰਿਹਾ ਸੀ ਉਹ ਤੈਅ ਹੋ ਚੁੱਕਿਆ ਹੈ, ਪਰ ਇਸ ਵਿਚਕਾਰ ਇਹ 20 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤਾ ਕਿ ਇਹ ਸਵਾਲ ਇੱਥੇ ਖੜੇ ਕਰਦਾ ਜਿਸ ਕਦਰ ਪੰਜਾਬ ਦੇ ਵਿੱਚ ਆਪ ਕੱਲੀਆਂ ਚੋਣਾਂ ਲੜੀਆਂ ਨੇ ਕਿ ਉੱਥੇ ਹੀ ਹੁਣ ਹਰਿਆਣਾ ਦੇ ਵਿੱਚ ਵੀ ਇਕੱਲੇ ਚੋਣ ਲੜਨ ਜਾ ਰਹੀ ਹੈ। जी विशाली, तुहाडे तक साडी आवाज पहुंच पा रही है? हेलो जी, तुहाडे तक साडी आवाज हेलो? पहुंच जी विशाली। हाँ जी, आप रिपीट करेंगे प्लीज क्वेश्चन में, आपकी आवाज कट रही थी। जी विशाली, मैं मैं कह रही हूँ जिस कदर वेखण नूं मिल रहा है ते पहला ਇਹ ਵੇਖਣ ਨੂੰ ਮਿਲ ਰਿਹਾ ਸੀ ਕਿ ਆਸਿਆਰੀਆਂ ਚੱਲ ਰਹੀਆਂ ਸਨ। ਹਾਲਾਂਕਿ ਕੱਲ ਤੱਕ ਤੈਅ ਵੀ ਹੋ ਚੁੱਕਿਆ ਸੀ ਕਿ ਇਹਨਾਂ ਦੇ ਗੱਠਜੋੜ ਨੂੰ ਲੈ ਕੇ, ਪਰ ਹੁਣ ਇਸ ਵਿਚਕਾਰ 20 ਉਮੀਦਵਾਰ ਜਾਰੀ ਕਰ ਦਿੱਤੇ ਗਏ ਨੇ। ਤਾਂ ਜਿਸ ਕਦਰ ਪਹਿਲਾਂ ਜੋ ਆਪ ਦੇ ਵੱਲੋਂ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਸੀ ਕਿ ਇਕੱਲੇ ਚੋਣ ਲੜੀਏ, ਤਾਂ ਹੁਣ ਇੱਥੇ ਹਰਿਆਣਾ ਦੇ ਵਿੱਚ ਵੀ ਇਹ ਤਸਵੀਰ ਵੇਖਣ ਨੂੰ ਮਿਲ ਸਕਦੀ ਹੈ। बिल्कुल 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 इसकी संभावना है। जैसे कि हमने अभी देखा जिस तरह से लिस्ट जारी हुई है, ये एक तरह से हम कह सकते हैं कि कांग्रेस पर प्रेशर डालने की भी एक कोशिश आम आदमी पार्टी की तरफ से दिखाई दे रहा है, क्योंकि आम आदमी पार्टी भी लगातार ये कह रही है कि हम अपनी पूरी सीटों पर ही हम अपने इंडिपेंडेंट उम्मीदवार उतार सकते हैं। और कांग्रेस की तरफ से सुरजेवाला और भूपेंद्र सिंह हुड्डा जो हैं वो तो लगातार इस बात के खिलाफ हैं कि आम आदमी पार्टी क्या किसी भी पार्टी से गठबंधन की कोई जरूरत नहीं है, क्योंकि हरियाणा में कांग्रेस इंडिपेंडेंटली बहुत मजबूत है। तो दोनों ही तरफ से दो तरह के बयान आ रहे हैं, एक जो गठबंधन को सपोर्ट कर रहा है, दूसरे वो लोग भी हैं जो गठबंधन के पक्ष में नहीं है और वो ये कह रहे हैं पार्टी अपने आप में ही सक्षम है इंडिपेंडेंस लड़ने के लिए। ऐसे में पंजाब के जैसा स्टेप आम आदमी पार्टी की तरफ से लिया जाएगा क्या? हरियाणा में भी पंजाब की तरह आम आदमी पार्टी अपने आप को मजबूत पा रही है? ये सबसे बड़ा सवाल है। और ऐसे में अगर ऐसा होता है तो आपके कांग्रेस के साथ जो गठबंधन की बातें दिल्ली में चल रही हैं, राघव चड्ढा जो है वो इस चीज को लेकर लगातार कोशिश में जुटे हुए हैं। ये आपस में कॉन्फ्लिक्ट पैदा करता है कि कुछ नेता इसके पक्ष में हैं और कुछ नेता इसको सपोर्ट नहीं दे रहे हैं। और इन सब के बीच में अचानक से लिस्ट का आ जाना इस संशय को और मजबूत कर रहा है कि क्या आम आदमी पार्टी अकेले ही लड़ेगी। ये अब अगले कुछ घंटों में वैसे क्लियर हो जाना चाहिए। बिल्कुल विशाली, हालां तक ਇਹ ਵੀ ਵੇਖਣ ਨੂੰ ਮਿਲ ਰਿਹਾ ਸੀ ਜਿਸ ਕਦਰ ਇਹ ਸਾਫ਼ ਕਰ ਦਿੱਤਾ ਗਿਆ ਸੀ ਪਿਛਲੇ ਬਿਆਨਾਂ ਤੋਂ ਕਿ 5 ਸੀਟਾਂ ਤੇ ਜੋ ਕਿ ਹੈ ਆਪ ਕਿਤੇ ਨਾ ਕਿਤੇ ਆਪਣੀ ਮਨਜ਼ੂਰੀ ਵਿਖਾਉਂਦੀ ਨਜ਼ਰ ਆ ਰਹੀ ਹੈ, ਪਰ ਉਸ ਵਿਚਕਾਰ ਇਹ ਜੋ ਉਮੀਦਵਾਰਾਂ ਦੀ ਹੁਣ ਸੂਚੀ ਜਾਰੀ ਕਰ ਦਿੱਤੀ ਗਈ ਹੈ। ਤਾਂ ਹਾਲਾਂਕਿ ਹਰਿਆਣਾ ਦੇ ਵਿੱਚ ਕਾਂਗਰਸ ਦਾ ਜੋ ਕਿ ਹੈ ਪੱਖ ਮਜ਼ਬੂਤ ਵੇਖਣ ਨੂੰ ਮਿਲਦਾ ਹੈ ਕਿ ਆਪ ਕੱਲੇ 90 ਸੀਟਾਂ ਤੇ लड़ सकती है। अगर आम आदमी पार्टी को अगर हम देखें तो उनके जो दावे हैं, लेकिन मैं एक धरातल की बात आपको बता दूं। ऑफ कोर्स ये बात आपने जो कही बिल्कुल सही है कि कांग्रेस इतने सालों से कांग्रेस ने हरियाणा में अपना जड़ मजबूत किया है। भले ही संगठन नहीं बना है, भले ही आपस में मनमुटाव की बातें और एकजुटता नहीं होने की बातें हरियाणा में लगातार सामने आती रहती हैं। हरियाणा कांग्रेस भी ये चीजें हैं ही, लेकिन उसके बावजूद जैसे कि हुड्डा हमेशा ये दावा करते रहे हैं या दिव्येंद्र हुड्डा भी करते हैं कि हरियाणा में कांग्रेस बहुत मजबूत है और अपने दम पर चुनाव लड़ने में सक्षम है। रही बात आम आदमी पार्टी की, आम आदमी कांग्रेस के मुकाबले बहुत ज्यादा नई पार्टी है और ऐसे में हरियाणा में अभी वो अपने पांव मजबूत कर रही है। जी 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 विशाली, फिलहाल थोड़ा बहुत बहुत शुक्रिया तमाम जानकारी दे ਲਈ। ਤੇ ਇੱਕ ਵਾਰ ਫਿਰ ਤੋਂ ਗ੍ਰਾਫਿਕਸ ਰਾਈ ਦੱਸ ਦਿੰਨੇ ਕਿ ਆਪ ਦੇ ਵੱਲੋਂ 20 ਉਮੀਦਵਾਰਾਂ ਦੀ ਜੋ ਸੂਚੀ ਜਾਰੀ ਕੀਤੀ ਗਈ ਹੈ ਤਾਂ ਅਨੁਰਾਗ ਢਾਂਡਾ ਕਲਿਆਦ ਤੋਂ ਹੁਣ ਚੋਣ ਲੜਨ ਜਾ ਰਹੇ ਨੇ, ਗੋਪਾਲ ਸਿੰਘ ਨਾਰਾਇਣਗੜ੍ਹ ਤੋਂ ਚੋਣ ਲੜਨ ਜਾ ਰਹੇ ਨੇ, ਤਾਂ ਉੱਥੇ ਬਿੱਟੂ ਪਹਿਲਵਾਨ ਸਮਾਲਖਾ ਤੋਂ ਜਿਨ੍ਹਾਂ ਨੂੰ ਟਿਕਟ ਮਿਲੀ ਹੈ, ਤਾਂ ਪਵਨ ਫੌਜੀ ਤਾਂ ਉਚਾਣਾ ਕਲਾ ਤੋਂ ਚੋਣ ਲੜਨ ਜਾ ਰਹੇ ਨੇ, ਤਾਂ ਵਿਜੇਂਦਰ ਹੁੱਡਾ